पढ़ा जी लाइट्स रिफ्लैक्शन एंड रिफ्रैक्शन, जिहदे विच रिफ्लैक्शन भी पढ़ चुके हैं और रिफ्रैक्शन भी पढ़ चुके हैं। अज असीं लेंस की गल करांगे और जिहड़ा लेंस भी एक रिफ्लैक्शन का पार्ट ही है। तो पहला जी डेफिनेशन रीड करते हैं। इट इज द ट्रांसपेरेंट रिफ्रैक्टिंग मीडियम बाउंडेड बाय टू सरफेसेस in which at least one surface is curved is called lens। देखो जी मैं लेंस तो बना के दिखा रहा इतने ऐसा दे दो पीस होते हैं, ऐसा दे दो पीस होते हैं और इन्हां नूं जोड़िया जांदा आपस दे विच। जो जोड़ दिता जांदा फिर इन्हां दा बन जांदा। एक मिनट वेट करना, मैं ते नाल ही बना लगा। अगर इन्हां नूं दोनों टैग कर दिंदे ने इदां बन जांदा। ठीक है जी, ये तुहाडा लेंस बन गया। ये किहड़ा लेंस है जी दसो मैनूं? ये वाला कन्वेक्स लेंस है और इहदे विच गल कीती है घट तो घट एक सरफेस जिहड़ा वा कर्व सरफेस हुंदा। कर्व किदां दा हुंदा जी? जिवें इदां कर्व बनदा होवे, जिवें प्रकार दे नाल ਜਾਂ कंपास ਦੇ ਨਾਲ आर्क लाਉਂਦੇ ਨੇ इदां करके। ਇਹਦੇ ਵੇਖੋ ਇਹਦੀ दोनों साइड कर्व सरफेस है। अगर ਤੁਸੀਂ ਗੱਲ ਕਰੋ ਕਨਕੇਵ ਲੈਂਸ ਦੀ ਤੇ ਕਨਕੇਵ ਵੀ ਆਪਾਂ ਇੱਥੇ ਬਣਾ ਦਿੰਦੇ ਹਾਂ, ਉਹ ਇਦਾਂ ਕਰਕੇ ਬਣ ਜੂਗਾ। ठीक है जी, ਇਹਦੇ ਵਿੱਚ ਵੀ ਕੋਈ कर्व सरफेस ਹੈਗੇ ਆ। ਵੈਸੇ ਘੱਟ ਇੱਕ ਹੋ ਸਕਦਾ ਵਾ, ਇਹਦੇ ਵਿੱਚ ਦੋ ਆ। ਠੀਕ ਹੈ ਜੀ, ਇਹਨੂੰ ਬੋਲ ਦਿੰਦੇ ਆ ਕਨਕੇਵ। और ਜਿਹੜੇ ਬੱਚੇ ਨੇ ਪਹਿਲਾਂ ਪੜਿਆ ਹੋਊਗਾ ਉਹਨੂੰ ਸਮਝ ਲੱਗੂਗੀ, ਦੂਸਰੇ ਨੂੰ ਨਹੀਂ ਲੱਗੂਗਾ। ਠੀਕ ਹੈ ਜੀ, ਇਹ ਵੀ ਚੀਜ਼ ਨਾਲ ਕਰਨਾ ਪੈਂਦਾ क्योंकि मैं इकल्ला कोई नहीं कर सकता, ਤੁਹਾਨੂੰ ਥੋੜੀ ਮਿਹਨਤ ਕਰਨੀ ਪਊਗੀ। अगर समझोगे तो समझ जाओगे, अदरवाइज नहीं हो। ये बहुत सिंपल चीज है ये। ठीक है जी, आड़े ਤੁਹਾਡੇ ਤੋਂ ਪਹਿਲਾਂ ਬੱਚੇ ਗਏ ਆ ना, ਉਹਨਾਂ ਦਾ ਚੈਪਟਰ ਕਿਹੜਾ ਸਾਡਾ ਸਾਡੇ ਦਿਮਾਗ 'ਚ ਨਹੀਂ ਪੈ ਸਕਦਾ ਕੀ ਸਿਸਟਮ ਹੈ, ਕਿੱਦਾਂ ਦਾ ਸਿਸਟਮ ਹੈ। ਉਹਦੇ ਵਾਸਤੇ ਜਿਹੜੀ ਸਾਇੰਸ ਹੈ ਸ਼ੁਰੂ ਤੋਂ ਪੜ੍ਹਨੀ ਪਊਗੀ ਤੁਹਾਨੂੰ, ਸਾਰੇ ਕਨਸੈਪਟ ਯੂਜ਼ ਹੁੰਦੇ। ਸੋ ਵੇਖੋ ਜੀ, ਇਹ ਵਾਲਾ ਕਨਕੇਵ ਲੈਂਸ ਹੈ, ਉਹ ਵਾਲਾ ਕਨਵੈਕਸ ਲੈਂਸ ਹੈ और ये दोनों दोनों ਤੁਹਾਡੇ ਆਲ ਰਾਊਂਡ ਯੂਜ਼ ਹੁੰਦੇ ਆ। ਤੁਹਾਡੇ ਹੋਰ ਤਾਂ ਪਿੰਡਾਂ ਦੇ ਵਿੱਚ ਨਾ ਇੱਕ ਲੱਗਾ ਆਪਟੀਕਲ ਮਿਰਰ ਤੇ ਵੇਖੋ ਤੇ ਧਿਆਨ ਨਾਲ ਚੈੱਕ ਕਰਿਓ, ਮੋੜਾ ਮੋੜਾ ਤੇ ਲੱਗਾ ਹੁੰਦਾ ਵਾ, ਜਿਹੜਾ ਟਰਨ ਕਰਨਾ ਹੁੰਦਾ ਨਾ, ਮਤਲਬ ਹਾਈਟ ਜਿਹਨੂੰ ਹਾਈਟ ਟਰਨ ਕਹਿ ਸਕਦੇ ਆ, ਉੱਥੇ ਲੱਗੇ ਹੁੰਦੇ ਕੋਲ ਕੋਲ, ਉਹ ਤੁਹਾਡਾ ਕਨਵੈਕਸ ਹੁੰਦਾ ਵਾ। ਇਹਦਾ ਕਨਵੇਅਰ ਵੀ ਲੱਗੇ ਹੁੰਦੇ ਆ। ਠੀਕ ਹੈ ਜੀ, ਤੁਹਾਡੇ ਆਪ ਚਸ਼ਮਾ ਕੋਈ ਨਹੀਂ ਲਾਉਂਦੇ, ਸਪੈਕਸ ਦੇ ਵਿੱਚ ਯੂਜ਼ ਹੁੰਦੇ ਆ ਕਨਵੈਕਸ ਔਰ ਕਨਕੇਵ ਲੈਂਸ। ਬਾਕੀ ਨੈਟ ਤੇ ਚੈੱਕ ਕਰੋ, ਬੈਸਟ ਆਪਸ਼ਨ ਹੈ। ਠੀਕ ਹੈ ਜੀ, ਸੋ ਇਹਦੀ ਡੈਫੀਨੇਸ਼ਨ ਹੋ ਗਈ ਹੈ, ਇਹ ਡਾਇਗਰਾਮ ਤੋਂ ਹੁੰਦੀ ਹੈ ਕਿ ਇਹਦੇ ਵਿੱਚ ਘੱਟ ਤੋਂ ਘੱਟ एक सरफेस ਜਿਹੜਾ ਕਵਰਡ ਹੁੰਦਾ ਵਾ, ਬਾਕੀ ਕਈ ਦੋ ਆ। ਇਹਦੇ ਜੇ ਵੀ ਸਰਫੇਸ ਕਵਰਡ ਹੈ, ਇਹ ਵੀ ਕਵਰਡ ਹੈ, ਇਹ ਵੀ ਕਵਰਡ ਹੈ, ਇਹ ਵੀ ਕਵਰਡ ਹੈ। ਬਟ ਇਹਦੇ ਕਵਰ ਸਰਫੇਸ ਜਿਹੜੇ ਆ ਆਊਟਰ ਸਾਈਡ ਦੇ ਉੱਤੇ ਕਹਿ ਸਕਦੇ ਹਾਂ ਕਨਵੈਕਸ ਲੈਂਸ ਹੈ, ਔਰ ਇਹਦੇ ਇਨਰ ਸਾਈਡ ਦੇ ਵਿੱਚ ਹੈ ਕਨਵੈਕਸ ਲੈਂਸ, ਕਨਕੇਵ ਲੈਂਸ ਹੈ। ਸੋ ਉਸ ਤੋਂ ਬਾਅਦ ਦੇਖੋ ਜੀ, ਲੈਂਸਸ ਆਰ ਮੇਨਲੀ ਟੂ ਟਾਈਪਸ, ਕਨਵੈਕਸ ਲੈਂਸ ਤੇ ਕਨਕੇਵ ਲੈਂਸ ਸਾਡੇ ਸਾਹਮਣੇ ਬਣੇ ਹੋਏ ਆ। ਸੋ ਇਹ ਡਾਇਗਰਾਮ ਜਿਹੜੀ ਹੈ ਨਾ, ਕਾਪੀ ਦੇ ਸਾਰੇ ਨੇ, ਕਾਪੀ ਦੇ ਵਿੱਚ ਵੈਸੇ ਵੀਡੀਓ ਵੀ ਅਪਲੋਡ ਹੋ ਵੀਡੀਓ ਦੇ ਉੱਤੇ, ਜਿਹਨੇ ਹੁਣ ਨੋਟ ਕਰਨਾ ਹੁਣ ਵੀ ਕਰ ਸਕਦੇ ਤੇ ਘਰ ਜਾ ਕੇ ਕਰ ਲਓ। ਠੀਕ ਹੈ ਜੀ, ਸੋ ਇਹ ਵਾਲੇ ਤੁਹਾਡਾ ਇੱਕ ਕਨਵੈਕਸ ਲੈਂਸ ਹੈ, ਇੱਕ ਕਨਕੇਵ ਲੈਂਸ ਹੈ। ਫਰਕ ਕੀ ਹੈ ਜੀ? ਅਗਰ ਤੁਸੀਂ ਵੈਕਸ ਲੈਂਦੇ ਜੇ ਮੋਮਬੱਤੀ ਦੀ, ਜਿਹਨੂੰ ਆਪਾਂ ਮੋਮ ਕਹਿ ਦਿੰਦੇ ਆ, ਅਗਰ ਉਹਦਾ ਡ੍ਰੌਪ ਤੁਸੀਂ ਕਿਸੇ ਪਲੇਨ ਸਰਫੇਸ ਤੇ ਪਾ ਕੇ ਦਿੰਦੇ ਜੀ, ਉਹ ਇਦਾਂ ਦਾ ਉੱਭਰਿਆ ਹੋਊਗਾ, ਉਹ ਕਿਹੜੀ ਐਗਜ਼ਾਮਪਲ ਹੈ ਕਨਵੈਕਸ ਲੈਂਸ। ਚਮਚਾ ਵੇਖਿਆ ਜਾਂਦਾ, ਸਪੂਨ ਦੀ ਜਿਹੜੀ ਅਪਰ ਸਾਈਡ ਦੀ ਇਦਾਂ ਦੀ ਹੁੰਦੀ ਹੈ। ਸੋ ਇਹ ਵਾਲੀ ਕਨਕੇਵ ਲੈਂਸ ਦੀ ਐਗਜ਼ਾਮਪਲ ਹੈ। ਸੋ ਇਹਦੇ ਕਰਕੇ ਹੋਰ ਵੀ ਬਹੁਤ ਸਾਰੀ ਐਗਜ਼ਾਮਪਲ ਵੀ ਕਹਿ ਸਕਦੇ ਜੇ। बस इतना के रखना कि ਜਿਹੜਾ ਕਨਵੈਕਸ ਹੈ ਉਹ ਬਾਹਰ ਉੱਭਰਿਆ ਹੁੰਦਾ ਵਾ, ਉਹਦਾ ਜਿਹੜਾ ਆਊਟਰ ਪਾਰਟ ਹੈ ਉਹ ਬਾਹਰਲੀ ਸਾਈਡ ਤੇ ਹੁੰਦਾ ਵਾ, ਆਊਟਰ ਸਾਈਡ ਤੇ ਹੁੰਦਾ ਵਾ, ਔਰ ਜਿਹੜਾ ਕਨਕੇਵ ਲੈਂਸ ਹੈ ਉਹਦੇ ਜਿਹੜੇ ਕਰਵਡ ਸਰਫੇਸ ਹੈ ਇਨਰ ਸਾਈਡ ਦੇ ਵਿੱਚ ਹੁੰਦੇ ਆ, ਇੰਟਰਨਲ ਸਾਈਡ ਦੇ ਵਿੱਚ ਹੁੰਦੇ ਆ। ਸੋ ਨੈਕਸਟ ਹੈ ਜੀ ਲੈਂਸਸ ਆਰ ਸੌਰੀ ਇਹ ਹੋ ਗਿਆ ਜੀ। ਨੈਕਸਟ ਹੈ ਜੀ ਕੁਝ ਕਹਿ ਸਕਦੇ ਕੁਝ ਪੁਆਇੰਟਸ ਹੈ ਜਿਹੜੇ ਅਸੀਂ ਯਾਦ ਰੱਖਣੇ ਆ। ਸੋ ਇਹਦੇ ਵਿੱਚ ਯੂਜ਼ ਹੁੰਦੇ ਆ ਕਿ ਜੋ ਡੈਰੀਵੇਸ਼ਨ ਹੁੰਦੀ ਹੈ, ਤੁਹਾਡੇ ਕੋਲ ਡੈਰੀਵੇਸ਼ਨ ਪੇਪਰ ਦੇ ਵਿੱਚ ਨਹੀਂ ਹੈਗੀ, ਬਟ ਤੁਹਾਨੂੰ ਫਿਰ ਵੀ ਇਹ ਚੀਜ਼ਾਂ ਸਿੱਖਣੀਆਂ ਪੈਣਗੀਆਂ। ਸੋ ਇਹਦੇ ਵਾਸਤੇ ਆਪਾਂ ਨਾਲ ਨਾਲ ਆਪਣਾ ਬੜਾ ਕਰਦੇ ਰਹਿੰਦੇ ਹਾਂ, ज्यादा समझ आऊगा, क्योंकि अगर मेडिकल कर रहे हैं मेडिकल की चीज ये वाली चीज तो होनी चाहिए, ਇਹਦੇ ਬਾਰੇ ਪਤਾ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਦੇਖੋ ਜੀ ਕੀ ਹੈ ਸੈਂਟਰ ਆਫ ਕਰਵੇਚਰ। ਸੈਂਟਰ ਆਫ ਕਰਵੇਚਰ ਕੀ ਹੁੰਦਾ ਵਾ? ਸੋ ਇਹਦੇ ਵਿੱਚ ਦੇਖੋ ਜੀ the center of two spheres of which lens is part is called center of curvature। ਸੋ ਸਭ ਤੋਂ ਪਹਿਲਾਂ ਦੇਖੋ ਜੀ ਮੈਂ ਇਹ ਕਨਵੈਕਸ ਲੈਂਸ ਦੇ ਲੈਣਾ, ਇਹ ਮੈਂ ਕਨਵੈਕਸ ਲੈਂਸ ਦੇ ਲੈ ਲੈਣਾ ਕਰਕੇ। ਠੀਕ ਹੈ ਜੀ, ਸੋ ਉਸ ਤੋਂ ਬਾਅਦ ਦੇਖੋ ਜੀ ਇਹਦਾ ਸੈਂਟਰ ਆਫ ਕਰਵੇਚਰ ਕਿੱਥੇ ਬਣੂਗਾ ਜੀ? ਇਹਦਾ ਸੈਂਟਰ ਆਫ ਕਰਵੇਚਰ ਇੱਥੇ ਵੀ ਬਣ ਸਕਦਾ, ਇਹਨੂੰ ਆਪਾਂ ਸੀ ਨਾਲ ਨੋਟ ਕਰਾਂਗੇ। ਇਹਦਾ ਸੈਂਟਰ ਆਫ ਕਰਵੇਚਰ ਇੱਥੇ ਵੀ ਬਣ ਸਕਦਾ। ਠੀਕ ਹੈ ਜੀ, ਦੋਨੋਂ ਸਾਈਡ ਬਣੂਗਾ। ਠੀਕ ਹੈ ਜੀ, ਇਹਨੂੰ ਅਸੀਂ C1 ਮੰਨ ਸਕਦੇ ਹਾਂ, C2 ਮੰਨ ਸਕਦੇ ਹਾਂ। ਤੁਹਾਡਾ ਸੈਂਟਰ ਆਫ ਕਰਵੇਚਰ ਆ ਉਹ ਕੀ ਹੁੰਦਾ ਜੀ? ਕਿਹਦਾ ਸੈਂਟਰ ਹੁੰਦਾ ਜੀ? ਜਿਹੜੇ ਸਫੀਅਰ ਹੈ, ਜਿਹੜੇ ਵਾਲੇ ਸਫੀਅਰ ਹੈ, ਜਿਹੜਾ ਇਹ ਰਾਉਂਡ ਪਾਰਟ ਹੈ। ਜਿਵੇਂ ਤੁਸੀਂ ਕੰਪਾਸ ਨਾਲ ਵੀ ਆਰਕ ਲਾਉਂਦੇ ਨੇ, ਕੀ ਕਰਦੇ ਨੇ? ਪਹਿਲਾਂ ਇੱਕ ਪੁਆਇੰਟ ਤੇ ਬੰਦਾ ਰੱਖਦੇ ਨੇ, ਫਿਰ ਉਹਦੀ ਆਰਕ ਲੱਗਦੀ ਹੈ ਨਾ, ਬਸ ਉਦਾਂ ਹੀ ਇਹ ਸਫੀਅਰ ਦੇ ਵਿੱਚ ਇਹ ਸਫੀਅਰ ਦਾ ਸੈਂਟਰ ਕਹਿ ਸਕਦੇ ਨੇ। ਇਹ ਜਿਹੜਾ ਇਹ ਸਫੀਅਰ ਆ ਉਹਦੇ ਸੈਂਟਰ ਨੂੰ ਇੱਥੇ ਰਹਿੰਦਾ,
और जो ये स्फीयर है सेंटर को इतने ले जाए, ठीक है जी। सो ये बन गया साडा सेंटर ऑफ कर्वेचर। सो उस तो बाद देखो जी रेडियस ऑफ कर्वेचर की होता है। सो जो रेडियस ऑफ कर्वेचर है the radii of spheres of which length is part is called radius of curvature। सो देखो जी ਜਿਹੜਾ radius of curvature ਹੈ ਇਹਦਾ ਹਾਫ ਕਰ ਲਓ, ਇਹਦਾ ਅੱਧ ਕਰ ਲਓ, ਹੋ ਸਕਦਾ ਜਿਹੜਾ ਇਹ ਵਾਲਾ ਪਾਰਟ ਹੈ ਤੁਹਾਡਾ r ਹੋਵੇ, ਠੀਕ ਹੈ ਜੀ। ਇਧਰੋਂ ਵੀ ਇਹਨੂੰ ਇਹਦਾ ਵੀ ਹਾਫ ਕਰ ਲਓ, ਇੱਥੋਂ ਲੈ ਕੇ ਇਹਦਾ ਹਾਫ ਕਰ ਲਓ, ਠੀਕ ਹੈ ਜੀ। ਇਹ ਤੁਹਾਡਾ radius of curvature ਬਣ ਜੂਗਾ। ਜਦੋਂ ਇਹ ਨਿਊਮੈਰੀਕਲ ਬਣੂਗਾ ਤੁਹਾਨੂੰ ਜ਼ਿਆਦਾ ਇਹ ਚੀਜ਼ ਦੀ ਸਮਝ ਆਊਗੀ। ਉਸ ਤੋਂ ਬਾਅਦ ਦੇਖੋ ਜੀ ਨੈਕਸਟ ਆ ਗਿਆ ਪ੍ਰਿੰਸੀਪਲ ਐਕਸਿਸ। देखो ये प्रिंसिपल एक्सिस लाइन होती है, इतने मैं प्रिंसिपल एक्सिस लिया हुआ द लाइन ज्वाइनिंग द सेंटर ऑफ कर्वेचर ऑफ टू सरफेसेस ऑफ लेंथ इज कॉल्ड प्रिंसिपल एक्सिस। देखो टू सरफेस की गल की गई है, एक ये साडा सेंटर ऑफ कर्वेचर है, एक ये सेंटर ऑफ कर्वेचर है। ਇਹਦੇ ਵਿੱਚ एक लाइन ड्रा करनी है, ਜਿਹੜੀ ਲਾਈਨ ਨਹੀਂ ਕਰਨਾ ਜੀ ਸਾਡੇ ਦੋਨੋਂ ਸੈਂਟਰ ਆਫ कर्वेचर ਨੂੰ ਮੀਟ ਕਰਵਾ ਦੇਣਾ, ਦੋਨੋਂ ਨੂੰ ਜੁਆਇਨ ਕਰਾ ਦੇਣਾ। ਸੋ ਇਹਦਾ ਕਰਕੇ ਲਾਈਨ ਨੂੰ ਆਪਾਂ ड्रा ਕਰਾਂਗੇ, ਇਹ ਵਾਲੀ ਲਾਈਨ ਮੈਂ ड्रा करती है। तो देखो जी इन्हें दोनों सेंटर ऑफ कर्वेचर को आपस में ज्वाइन करता जोड़ता, ठीक है जी। उस तो बाद देखो जी ये वाली लाइन में बोलेंगे, इन वाली लाइन में बोलेंगे प्रिंसिपल एक्सिस लाइन, और ये वाला सेंटर ऑफ कर्वेचर है, रेडियस ऑफ कर्वेचर आ गया, ठीक है जी। उस तो बाद देखो जी ऑप्टिकल सेंटर वेरी वेरी इंपॉर्टेंट है जी। इट इज ए स्पेशल पॉइंट ऑन द प्रिंसिपल एक्सिस light incident on the optical center passes through the lens without deviation। देखो जी ये साडा लेंस है, ਇਹਦਾ ਸੈਂਟਰ ਕੱਟ ਲਓ, ਇਹਦਾ ਸੈਂਟਰ ਇੱਥੇ ਬਣਾਓ, ਇਹ ओवरऑल नोट कर लो, दैट इज ऑप्टिकल सेंटर। ਇਹਦੀ ਖਾਸੀਅਤ ਕੀ ਹੈ ਜੀ, ਅਗਰ ਇਹਦੇ ਤੋਂ ਕੋਈ ਲਾਈਟ ਨੇ ਪਾਸ ਕਰਦੀ ਪਈ ਹੈ ਨਾ ਉਹ ਚ ਕੋਈ ਚੇਂਜ ਨਹੀਂ ਹੁੰਦਾ। ਵੈਸੇ ਸ਼ੀਸ਼ੇ ਦੇ ਵਿੱਚ ਕੋਈ ਲਾਈਟ ਜਾਂਦੀ ਹੈ ਨਾ ਉਹਦਾ ਐਂਗਲ ਚੇਂਜ ਹੁੰਦਾ, ਲਾਈਟ ਡਿਫਿਊਜ਼ ਹੋ ਜਾਂਦੀ ਹੈ, ਬਟ ਇਹਦੇ ਵਿੱਚ ਜਿਹੜੀ ਲਾਈਟ ਹੈ ਡਿਫਿਊਜ਼ ਨਹੀਂ ਹੁੰਦੀ। अगर लाइट इधरों पास करती हुई है ऐसे पास करती है, अगर ऑप्टिकल सेंटर के पास होती है। मैं कहता हूं फिर करवाना डिटेल ना कोई टेंशन ना लो, यदि एक खासियत ਇਹਦੇ ਵਿੱਚ ਇਹ ਗੱਲ ਤੁਹਾਨੂੰ ਦੱਸਿਆ ਵਾ ਜਿਹੜਾ ऑप्टिकल सेंटर ਹੈ ਜਿਹੜਾ ਲੈਂਥ ਦੇ ਵਿੱਚ ਹੁੰਦਾ ਵਾ, ਲੈਂਥ ਦਾ ਸੈਂਟਰ ਹੁੰਦਾ ਵਾ, ਇਹ ਵਾਲਾ ਲੈਂਥ ਹੈ ਉਹਦਾ ਸੈਂਟਰ ਹੈ, ਉਹਨੂੰ ਬੋਲਦੇ ऑप्टिकल सेंटर। ਇਹਦੇ ਵਿੱਚ ਕੋਈ ਵੀ ਲਾਈਟ ਜਿਹੜੀ ਪਾਸ ਕਰਦੀ ਹੈ ਨਾ ਉਹ ਵਿਦਆਊਟ ਡੈਵੀਏਸ਼ਨ ਬਾਹਰ ਨਿਕਲ ਜਾਂਦੀ ਹੈ। ਡੈਵੀਏਸ਼ਨ ਮੀਨ ਚੇਂਜ ਨਹੀਂ ਹੁੰਦਾ ਇਹਦੇ ਵਿੱਚ, ਜਿਵੇਂ ਜਿਹੜੇ ਐਂਗਲ ਤੇ ਲਾਈਟ ਆਉਂਦੀ ਸੀ ਉਹ ਤੇ ਅੱਗੇ ਪਾਸ ਕਰਦੀ ਪਈ ਹੈ, मीन्स ये इंसिडेंट रे है या रिफ्लेक्टेड रे है, बट दोनों का एंगल सेम होगा, कोई चेंज नहीं आऊगा। क्यों नहीं आऊगा? क्योंकि ऑप्टिकल सेंटर तो कोई भी लाइट रे पास करती है ਉਹਦੇ ਵਿੱਚ कोई डेविएशन नहीं होती, कह सकते हैं अनडेविएटेड होती है, ਉਹਦੇ ਵਿੱਚ कोई चेंज नहीं होता। जितना एंगल इंसिडेंट रे ਦਾ ਉਨਾ ਹੀ एंगल रिफ्लेक्टेड रे ਦਾ ਹੋਗਾ, सेम एंगल ਤੇ ਪਾਸ करती है। अगर ऑप्टिकल सेंटर ਦੇ ਵਿੱਚੋਂ ਕੋਈ ਲਾਈਟ ਰੇ ਪਾਸ करती है ਉਹਦੇ ਵਿੱਚ कोई चेंज नहीं ਹੁੰਦਾ। ਉਸ ਤੋਂ ਬਾਅਦ ਦੇਖੋ ਜੀ ਨੈਕਸਟ ਆਏਗਾ प्रिंसिपल फोकस। ਸੋ ਇਹ ਵੀ ਵੈਰੀ ਵੈਰੀ ਇੰਪੋਰਟੈਂਟ ਪੁਆਇੰਟ ਹੈ ਤੁਹਾਡਾ ਜੀ। सो ਇਹਦੇ ਵਿੱਚ ਦੇਖੋ ਜੀ the point on the principal axis at which all incident rays parallel to the principal axis converge or appear to diverge after refraction through the lens। सो देखो जी ਇਹਦੇ ਵਿੱਚ इसको मैं ड्रा कर लेंगे, चलो मैं बीच बना देता हूं। मान लो जी ये वाला पॉइंट है ना, ये ਤੁਹਾਡਾ फोकस 1 है जो प्रिंसिपल फोकस कहते हैं, ये वाला ਜਿਹੜਾ पॉइंट है फोकस 2, ठीक है जी। सो ਜਿਹੜਾ फोकस पॉइंट है ये तो ही फोकल लेंथ भी मेजर कर सकते हैं। उस तो बाद देखो जी ਇਹਦੇ ਵਿੱਚ ਕੀ ਲਾਈਨ ਲਿਖੀ ਹੈ ਕਿ ਕੋਈ ਇਨਸੀਡੈਂਟ ਲਾਈਟ ਹੈ ਜਿਹੜੀ ਪ੍ਰਿੰਸੀਪਲ ਹੈ, ਇਹ ਸਾਡੀ ਪ੍ਰਿੰਸੀਪਲ ਐਕਸਿਸ ਲਾਈਨ ਹੈ ਜਿਹਨੂੰ ਪਹਿਲੇ ड्रा ਕੀਤੀ ਹੈ, ਇਹਦੇ ਪੈਰਲਲ ਕੋਈ ਲਾਈਨ ਜਾਂਦੀ ਪਈ ਹੈ, ਮੈਂ ਬਣਾ ਦਿੱਤਾ ਇੱਥੇ इदा करके लाइट के बिल्कुल पैरेलल ਜਿਹੜੀ ਹੈ ਉਹ ट्रैवल करती पई है। और ਜਦੋਂ ਵੀ ਵੇਖੋ ਜੀ ਇਹਦੇ ਵਿੱਚੋਂ ਲਾਈਟ ਬਾਹਰ ਨਿਕਲੂਗੀ, ਇਹਦੇ ਵਿੱਚੋਂ ਜਦੋਂ ਆਊਟ ਹੋਊਗੀ ਲਾਈਟ, ਉਹ ਜਿਹੜੀ ਲਾਈਟ ਹੈ ਉਹ ਡਿਵਰਜ ਵੀ ਹੋ ਸਕਦੀ ਹੈ ਔਰ ਕਨਵਰਜ ਵੀ ਹੋ ਸਕਦੀ ਹੈ, ਠੀਕ ਹੈ ਜੀ। ਕਨਵਰਜ ਹੁੰਦਾ ਵਾ ਫੈਲਣਾ, ਬਾਹਰ ਨੂੰ ਫੈਲਦੀ ਹੈ। ਜਿਵੇਂ ਤੁਹਾਡੀਆਂ ਗੱਡੀਆਂ ਦੀਆਂ ਲਾਈਟਸ ਵੇਖੀਆਂ ਉਹਦੇ ਵਿੱਚ ਛੋਟਾ ਜਿਹਾ ਬਲਬ ਜਗਦਾ ਹੁੰਦਾ ਵਾ, ਪਰ ਗੱਡੀ ਦੀ ਲਾਈਟ ਵੇਖੋ ਗੱਡੀ ਦੂਰ ਤੱਕ ਜਾਂਦੀ ਹੁੰਦੀ ਹੈ। ਕਿਉਂ ਜਾਂਦੀ ਹੁੰਦੀ ਹੈ? ਕਿਉਂਕਿ ਇਹਦੇ ਵਿੱਚ ਇੱਕ ਰਿਫਲੈਕਟਰ ਲੱਗਾ ਵਾ, ਉਹ ਲਾਈਟ ਨੂੰ ਕੀ ਕਰਦਾ ਪਿਆ, ਡਿਵਰਜ ਕਰਦਾ ਪਿਆ, ਫਲੋਦਾ ਪਿਆ, ਲਾਈਟ ਜਿਹੜੀ ਸਪਰੈਡ ਕਰਦੀ ਪਈ ਹੈ। ਲੇਜ਼ਰ ਵੇਖੀ ਲੇਜ਼ਰ ਤੇ ਨਹੀਂ, ਹੁਣ ਲੇਜ਼ਰ ਦੇ ਵਿੱਚ ਬਲਬ ਹੁੰਦਾ ਵਾ, ਪਰ ਲੇਜ਼ਰ ਦੀ ਲਾਈਟ ਇੱਕ ਪੁਆਇੰਟ ਦੇ ਉੱਤੇ ਫੋਕਸ ਕਰਦੀ ਹੈ। ਇਹ ਸਾਰੇ ਬੰਦੇ ਫੈਲ ਜਾਂਦੀ ਹੈ ਲੇਜ਼ਰ ਦੀ ਲਾਈਟ, ਕਿਤੇ ਮੇਲੇ ਮੂਲੇ ਤੋਂ ਖਰੀਦੀ ਹੋਵੇ ਲੇਜ਼ਰ ਦੀ ਕੀ ਕਰਦੀ ਹੈ, ਇੱਕ ਪੁਆਇੰਟ ਤੇ ਫੋਕਸ ਕਰਦੀ ਹੈ। ਉਹ ਕਿਉਂ ਕਰਦੀ ਹੈ? ਕਿਉਂਕਿ ਇਹਦੀ ਜਿਹੜੀ ਲਾਈਟ ਹੈ ਸਪਰੈਡ ਨਹੀਂ ਹੁੰਦੀ,
ਸਿਰਫ ਇੱਕ ਪੁਆਇੰਟ ਉੱਤੇ ਹੀ ਫੋਕਸ ਕਰਦੀ ਪਈ ਆ। ਇੱਕ ਕੋਹੇਰੈਂਟ ਬੀਮ ਦੇ ਵਿੱਚ ਇੱਕ ਫੋਟਨ ਦੇ ਵਿੱਚ ਲਾਈਟ ਜਾਂਦੀ ਪਈ ਹੈ। ਫੋਟਨ ਵਿੱਚ ਗੁੱਛੇ ਦੇ ਵਿੱਚ ਲਾਈਟ ਜਾਂਦੀ ਪਈ, ਗੁੱਛਾ ਬਣ ਕੇ ਲਾਈਟ ਜਾਂਦੀ ਪਈ ਹੈ। ਪਰ ਗੱਡੀਆਂ ਦੀ ਜਿਹੜੀ ਲਾਈਟ ਰਾਤ ਨੂੰ ਜਲਦੀ ਫੈਲਦੀ ਹੈ। ਸਾਡੇ ਘਰਾਂ ਦੇ ਵਿੱਚ ਜਿੰਨੇ ਬਲਬ ਲੱਗ ਜਾਂਦੇ ਉਹ ਕੀ ਕਰਦੇ ਆ, ਬਲਬ ਦੇ ਇੱਕ ਜਗ੍ਹਾ ਤੇ ਜਗਦਾ ਹੁੰਦਾ ਵਾ, ਚਾਰਨ ਸਾਰੇ ਕਮਰੇ 'ਚ ਹੋਣ ਦਾ ਕੀ ਕਾਰਨ ਹੈ? ਜਿਹੜੀ ਲਾਈਟ ਹੈ ਡਿਵਰਜ ਕਰਦੀ, ਇਦਾਂ ਇਹ ਡਿਵਰਜਨ ਦਾ ਸਾਈਡ ਹੈ। ਇਹ ਲਾਈਟ ਫੈਲਦੀ ਹੈ ਬਟ ਕਨਵਰਜੈਂਟ ਇਹ ਕਦੇ ਵੀ ਯੂਜ਼ ਹੁੰਦੀ ਹੈ ਦੇ ਦਿੰਦੇ ਇਹ ਤੁਹਾਡੀ ਕਨਵਰਜੈਂਟ ਹੈ। तो एक ही जगह पर डिटेल पढ़ते हैं, सिर्फ ये नहीं पढ़ना है प्रिंसिपल फोकस, ये सारा प्रिंसिपल फोकस है। ये किधर भी होगा, ये किधर भी होगा, फोकस 1 फोकस 2। बट अगर ये कोई इंसिडेंट लाइट जी है प्रिंसिपल एक्सिस लाइन के बिल्कुल पैरेलल ट्रैवल करती है, वो भी करूगी जी। अगर ਤੁਹਾਡਾ कन्वेक्स होगा तो डिवर्ज करूगी, कन्वेक्स लेंस होगा तो कन्वर्ज करूगी, कन्वर्ज भी अंदर ਨੂੰ ਲਊਗੀ ਜਿੱਦਾਂ ਇਹ ਕਹਿੰਦੀ ਪਈ ਹੈ। नेक्स्ट में एक डायग्राम आगे करके होगा सारी समझाऊंगी ਤੁਹਾਨੂੰ उस डायग्राम करिए तो बारे होगी। इतने डायग्राम दो तीन खटियां लगियां करके थोड़ा कह सकते हैं कॉम्प्लीकेटेड हो गया डायग्राम। सो नेक्स्ट देखो जी स्पेशल रेज ऑफ इमेज फॉर्मेशन बाय लेंस। सो जो ये वाला पॉइंट है इनू मैं तुहानू कॉपी में वेख के दिखाउणा कि डायग्राम ਤੁਹਾਡੀਆਂ सारी जी नाल। सो ये डायग्राम का आप समझ लिया वजह। चलो जी आप कॉपी जो खोल लो, नहीं खोलनी तो घर जाके फिर कर लो, ठीक है जी। चलो मैं बता देना चलो जी देखो जी ऊपर जी लाइट होगी ना ये बनूगी ਤੁਹਾਡੀ कन्वेक्स लेंस वाला, ये ਤੁਹਾਡਾ कन्वेक्स लेंस ठीक है जी। ਜਿਹੜੀ नीचे बनाऊंगा वो होगी फिर केवल लेंस वास्ते। उस तो बाद देखो ये प्रिंसिपल एक्सिस लाइन भी ड्रा कर लो, ये देखो ऑप्टिकल सेंटर भी ड्रा कर लो। ये देखो इतना ही है जी, ये देखो सेंटर से प्रिंसिपल एक्सिस लाइन ड्रा कर लो और ये वाला ऑप्टिकल सेंटर है। और सब तो पहला फर्स्ट लाइन ਜਿਹੜੀ ਰੀਡ ਕਰਨੀ ਹੈ ਇਹਦੇ ਵਿੱਚ ਦੇਖੋ ਜੀ ਕੀ ਹੈ स्पेशल रे ऑफ इमेज फॉर्मेशन बाय लेंस। फर्स्ट लाइन है एन इंसिडेंट रे पैरेलल टू द प्रिंसिपल एक्सिस आफ्टर रिफ्रैक्शन passes through or appear to come from second focus of the lens। देखो जी पहला ही गल करांगे कन्वेक्स लेंस की, ਇਹਦੇ ਵਿੱਚ ਇੱਕ ਫੋਕਸ ਤੇ ड्रा कर लो, ਇਹਨੂੰ ਲੈ ਲਓ ਜੀ f1, ਸੈਕੰਡ ਫੋਕਸ ਇੱਥੇ ਆ ਜਾਊਗਾ, ਇਹਨੂੰ ਲੈ ਲਓ ਜੀ f2। प्लीज आपकी कॉपी से ड्रा कर लो तो चेता भुल जाना ਇਹਦੇ ਵਿੱਚ। ਫਿਰ ਇਹਦੇ ਵਿੱਚ ਦੇਖੋ ਜੀ ਇਹਦੇ ਅਕੋਰਡਿੰਗ ਕੀ ਆ ਸਾਡੇ ਕੋਲ ਕੋਈ ਇੱਥੇ ਪ੍ਰੋਜੈਕਟ ਹੈ ਇਸ ਜਗ੍ਹਾ ਦੇ ਉੱਤੇ, ਉਹਦੇ ਵਿੱਚ ਕੋਈ ਲਾਈਨ ਜਿਹੜੀ ਆ ਸਾਡੀ ਪ੍ਰਿੰਸੀਪਲ ਐਕਸਿਸ ਲਾਈਨ ਦੇ ਪੈਰਲਲ ਟਰੈਵਲ ਕਰਦੀ ਪਈ ਹੈ। और साडी प्रिंसिपल एक्सिस लाइन ਜਿਹੜੀ ਹੈ ਜੀ ਇਹ ਵਾਲੀ ਜਿਹੜੀ ਮੈਂ ਵਿੱਚ ਡਰਾ ਕੀਤੀ ਹੈ, ਜਿਹੜੀ ਸਾਡੇ ऑप्टिकल सेंटर ਨੂੰ ਟੱਚ ਕਰਕੇ ਜਾਂਦੀ ਪਈ ਹੈ। ਸੋ ਇੱਥੋਂ ਦੇਖੋ ਜੀ इंसिडेंट लाइन है ਸਾਡਾ ਜਿਹੜਾ प्रिंसिपल एक्सिस लाइन ਦੇ ਬਿਲਕੁਲ ਪੈਰਲਲ ਟਰੈਵਲ ਕਰਦੀ ਪਈ ਹੈ। ਮੈਂ ਲਿਖ ਦਿੰਦਾ ਇੱਥੇ ਇਹ ਵਾਲੀ इंसिडेंट लाइन है, ਇਹ इंसिडेंट रे देखो जी, ठीक है जी। ਹੁਣ ਦੇਖੋ ਜੀ ਕੀ ਹੋਊਗਾ ਜਦੋਂ ਦੇ ਵਿੱਚ ਜਾਊਗੀ ਲਾਈਟ ਇਸ ਜਗ੍ਹਾ ਤੇ ਜਾਊਗੀ, ਹੁਣ ਕੀ ਹੋਊਗਾ ਆ ਦੇਖੋ ਜੀ ਕੀ ਲਿਖਿਆ ਹੈ ਇੱਥੇ आफ्टर रिफ्रैक्शन passes through the second focus of the lens। देखो ਜਿਹੜਾ ਇਹ ਵਾਲਾ ਫੋਕਸ ਹੈ ਇਹਦੇ ਨਾਲ ਟੱਚ ਕਰਕੇ ਦੇਊ, ਇਹਦੀ ਜਿਹੜੀ ਲਾਈਟ ਹੈ ਉਹ ਕੀ ਕਰੂਗੀ ਜੀ ਕਨਵਰਜ ਕਰੂਗੀ, ਕਨਵਰਜ ਵੀ ਅੰਦਰ ਨੂੰ ਚੱਲ ਜੂਗੀ। ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਹੈ ਅਗਰ ਲਾਈਟ ਫੈਲਦੀ ਹੈ ਤਾਂ ਡਿਵਰਜ ਬੋਲ ਦਿੰਦੇ ਆ। ਚਲੋ ਜੀ ਇਹ ਵਾਲੀ ਜਿਹੜੀ ਲਾਈਟ ਹੈ ਇਹਦੇ ਨਾਲ ਟੱਚ ਕਰਕੇ ਦੇਊਗੀ, ਇਹਦੇ ਨਾਲ ਟੱਚ ਕਰਕੇ। ਸੋ ਇਹ ਵਾਲੀ ਤੁਹਾਡੀ ਕਿਹੜੀ ਰੇ ਹੋਊਗੀ ਜੀ ਰਿਫਰੈਕਟਡ ਰੇ ਹੋਊਗੀ, ਇਹ ਵਾਲੀ ਤੁਹਾਡੀ ਰਿਫਰੈਕਟਡ ਰੇ ਹੋਊਗੀ। ਸੋ ਵੇਖੋ ਜੀ ਇਹਦੀ ਫਸਟ ਕੰਡੀਸ਼ਨ ਦੇ ਅਕੋਰਡਿੰਗ ਕੀ ਆ, ਮੈਂ ਕਨਵੈਕਸ ਲੈਂਸ ਦੀ ਪਹਿਲਾਂ ਗੱਲ ਕੀਤੀ ਆ, ਇਹਦੇ ਵਿੱਚ ਕੋਈ ਸਾਡੇ ਕੋਲ इंसिडेंट रे ਆ ਜਿਹੜੀ ਕਿਹਦੇ ਪੈਰਲਲ ਚੱਲਦੀ ਪਈ ਹੈ ਜੀ ਪ੍ਰਿੰਸੀਪਲ ਐਕਸਿਸ ਲਾਈਨ ਦੇ ਪੈਰਲਲ ਚੱਲਦੀ ਪਈ ਹੈ। ਔਰ ਜਿਹੜਾ ਸਾਡਾ ਆਫਟਰ ਰਿਫਰੈਕਸ਼ਨ ਕੀ ਕਰਦੀ ਪਈ ਆ ਸੈਕੰਡ ਫੋਕਸ ਆਫ ਦਾ ਲੈਂਸ ਨੂੰ ਟੱਚ ਕਰਕੇ ਜਾਂਦੀ ਪਈ ਹੈ। ਸੋ ਵੇਖੋ ਜੀ ਇਹ ਵਾਲਾ ਸਾਡਾ ਜਿਹੜਾ ਇਹ ਵਾਲੀ ਜਿਹੜੀ ਲਾਈਨ ਇਹਨੂੰ ਪ੍ਰਿੰਸੀਪਲ ਐਕਸਿਸ ਲਾਈਨ ਬੋਲਦੇ, ਇਹਨੂੰ ਬੋਲਦੇ ਜੀ ਪ੍ਰਿੰਸੀਪਲ ਐਕਸਿਸ ਲਾਈਨ।
देखो जी मैं नेक्स्ट पे नहीं लिखूंगा चलो ठीक है एक बार नोट कर लो ये ਤੁਹਾਡੀ ਪ੍ਰਿੰਸੀਪਲ ਐਕਸਰਸਾਈਜ਼ ਹੈ ਜਿਹੜੀ ਆਪਟੀਕਲ ਸੈਂਟਰ ਨੂੰ ਟੱਚ ਕਰਦੀ ਜਾਂਦੀ ਹੈ ਔਰ ਇੱਥੇ ਸਾਡੇ ਕੋਲ ਆਬਜੈਕਟ ਹੀ ਜਿਹਦੇ ਵਿੱਚੋਂ ਕੋਈ ਲਾਈਨ ਰੇ ਜਿਹੜੀ ਆ ਸਾਡੇ ਲੈਂਥ ਦੇ ਵਿੱਚੋਂ ਪਾਸ ਕਰਦੀ ਪਈ ਹੈ ਦੈਟ ਇਜ਼ ਇਨਸੀਡੈਂਟ ਲਾਈਨ ਔਰ ਵੇਖੋ ਜੀ ਜਦੋਂ ਇਹ ਵਾਲੀ ਲਾਈਨ ਜਿਹੜੀ ਹੈ ਲੈਂਥ ਦੇ ਵਿੱਚੋਂ ਰਿਫਲੈਕਟ ਹੋ ਕੇ ਬਾਹਰ ਨਿਕਲਦੀ ਪਈ ਹੈ ਉਹਦੀ ਕਨਵਰਜੈਂਟ ਹੁੰਦੀ ਪਈ ਹੈ ਉਹ ਲਾਈਨ ਜਿਹੜੀ ਹੈ ਅੰਦਰ ਨੂੰ ਬੈਂਡ ਹੁੰਦੀ ਪਈ ਹੈ ਔਰ ਕਿਹਨੂੰ ਟੱਚ ਕਰਦੀ ਪਈ ਹੈ ਸੈਂਟਰ ਫੋਕਸ ਨੂੰ ਟੱਚ ਕਰਦੀ ਪਈ ਹੈ ਔਰ ਇਹ ਵਾਲੀ ਵੈਰੀ ਇੰਪੋਰਟੈਂਟ ਹੈ ਤੁਹਾਡੇ ਵਾਸਤੇ ऑप्टिक्स ਦੇ ਵਿੱਚ ਤਾਂ ਇਹ ਕੋਈ ਪੜਨਾ ਵਾ ਉਸ ਤੋਂ ਬਾਅਦ ਦੇਖੋ ਜੀ ਅਗਰ ਇਹਨੂੰ ਅਸੀਂ ਇਹਦੇ ਗੱਲ ਕੀਤੀ ਹੈਗੀ ਕਨਵੈਕਸ ਲੈਂਸ ਦੀ ਹੁਣ ਇਹ ਗੱਲ ਕਰਾਂਗੇ ਕਨਕੇਵ ਦੀ ਇਹਦਾ ਬਿਲਕੁਲ ਆਪੋਜ਼ਿਟ ਹੋ ਜੂਗਾ ਜੀ ਦੇਖੋ ਜੀ ਇਹ ਲਾਈਨ ਨੇ ਕੀ ਕਰਦੀ ਪਈ ਹੈ ਡਿਵਰਜ ਹੁੰਦੀ ਪਈ ਹੈ ਡਿਵਰਜ ਹੁੰਦੀ ਵੀ ਫੈਲ ਦੀ ਸੌਰੀ ਕਨਵਰਜ ਹੁੰਦੀ ਪਈ ਹੈ ਉਹ ਉਲਟਾ ਦੇਖਦਾ ਇਹ ਜਿਹੜੀ ਲਾਈਨ ਹੈ ਕਨਵਰਜ ਹੁੰਦੀ ਪਈ ਹੈ ਜਿਵੇਂ ਤੁਹਾਡੀ ਲੇਜ਼ਰ ਦੇ ਵਿੱਚ ਹੁੰਦੀ ਹੈ ਇਹਦੇ ਵਿੱਚ ਦੇਖੋ ਜੀ ਉਲਟਾ ਹੋਊਗਾ ਇਹਦੇ ਵਿੱਚ ਵੀ ਇਦਾਂ ਦੋ ਫੋਕਸ ਬਣਾ ਲਓ ਇੱਕ ਫੋਕਸ ਇੱਥੇ ਬਣਾ ਲਓ F1 ਇੱਕ ਫੋਕਸ ਇੱਥੇ ਬਣਾ ਲਓ F2 ਔਰ ਇਹਦਾ ਡੀ ਦਾ ਆਪਟੀਕਲ ਸੈਂਟਰ O ਆ ਔਰ ਇਹ ਵਾਲੀ ਤੁਹਾਡੀ ਪ੍ਰਿੰਸੀਪਲ ਐਕਸਿਸ ਲਾਈਨ ਹੈ ਜਿਹੜੀ ਸੇਮ ਇਦਾਂ ਬਣੀ ਹੈ ਸੋ ਇਹਦੇ ਵਿੱਚ ਵੀ ਇਦਾਂ ਕਿ ਸਾਡੇ ਇੱਥੇ ਕੋਈ ਆਬਜੈਕਟ ਹੈ ਉਹਦੇ ਵਿੱਚ ਕੋਈ ਲਾਈਨ ਜਿਹੜੀ ਹੈ ਸਾਡੇ ਕੈਮਰੇ ਦੇ ਵੱਲ ਮੂਵ ਕਰਦੀ ਪਈ ਹੈ ਇਹਦੇ ਪੈਰਲਲ ਪ੍ਰਿੰਸੀਪਲ ਐਕਸਿਸ ਲਾਈਨ ਦੇ ਪੈਰਲਲ ਠੀਕ ਹੈ ਜੀ ये सारी इंसिडेंट लाइट है या इंसिडेंट रे है कौन लाइट की करूंगी दोस्तों मैं आगे तक कन्वर्ट की क्यों नहीं करूंगी दबाती करो किधर को जाओगे ऊपर को नीचे को दबाती करके किधर को जाओगे ये लाइट है तो इधर को जाओगी किधर को जाओगी बाहर को ठीक है इधर रिफ्लेक्टर रे आ गया और इधर इधर लाइट रे डबल दी गई है फैल दी गई है ये अभी जो फैल दी और इधर इधर डबल होती हुई है ठीक है जी और भी घर जाके प्रैक्टिस कर सकते हैं ये एक्सीलेंट ही भाई एक बार लोड कर लो बाद में आपने लोड करना मैं ही कर सकता है बना लेंगे ये तो डायरेक्ट क्लियर है ठीक है जी सो ਇਹਨਾਂ ਨੂੰ ਧਿਆਨ ਨਾਲ ਕਾਪੀ ਤੇ ਵਧੀਆ ਵਧੀਆ ਨੋਟਸ ਬਣਾ ਲੈਣੇ ਆਪਦੇ ਮੈਨੂੰ ਨਹੀਂ ਪਤਾ ਬੁੱਕ ਦੇ ਵਿੱਚ ਕਿੱਦਾਂ ਦਿੱਤਾ ਵਾ ਪਰ ਤੁਸੀਂ ਧਿਆਨ ਨਾਲ ਇਹਨੂੰ ਕਰ ਲਓ ਠੀਕ ਆ ਸਾਡੇ ਕਿਉਂਕਿ ਇਹ ਤੁਹਾਡੇ ਹਜੇ ਇੰਪੋਰਟੈਂਟ ਹੈ ਤੁਹਾਡੇ ਵਿੱਚ ਡੈਰੀਵੇਸ਼ਨ ਨਹੀਂ ਹੈ ਕਿ ਨੁਮੈਰੀਕਲ ਹੋਣਗੇ ਜੀ चलो ये मैं पता सेकंड पॉइंट ਜਿਹੜਾ ਇਹ ਰੀਡ ਕਰਨਾ ਵਾ ਜਿਹੜਾ ਦਾ ਸੈਕੰਡ ਪੁਆਇੰਟ ਹੈ ਫਸਟ ਹੈ ਰੀਡ ਕਰ ਚੁੱਕੇ ਹਾਂ ਸੋ ਜਿਹੜਾ ਸੈਕੰਡ ਪੁਆਇੰਟ ਦੇ ਵਿੱਚ ਕੀ ਲਿਖਿਆ ਜੀ ਐਨ ਇਨਸੀਡੈਂਟ ਰੇ ਪਾਸਿੰਗ ਥਰੂ ਦਾ ਆਪਟੀਕਲ ਸੈਂਟਰ ਆਫ ਲੈਂਸ ਗੋਜ਼ ਅਨਡੇਵੀਏਟਡ ਫਰਮ ਦਾ ਲੈਂਸ ਇਹੋ ਚੀਜ਼ ਹੈ ਜੀ ਆ ਬੜੀ ਇਹ ਤਾਂ ਲਿਖੀ ਇਹਦੇ ਵਿੱਚ ਇੱਥੇ ਲਿਖੀ ਆਪਟੀਕਲ ਸੈਂਟਰ ਆ ਇਹੋ ਚੀਜ਼ ਦੇ ਵਿੱਚ ਆ ਜਾਣੀ ਨਾਲ ਮੈਂ ਕਰਕੇ ਹੋਮਵਰਕ ਸਾਰਿਆਂ ਨੇ ਕਰ ਲਿਆ भाई कॉपी के लिए नहीं चेक नहीं है कोई कॉपी चेक नहीं है सारे पेपर होएगा सारे नहीं चेक नहीं है एक कोई दो जन बचे रहे ये तो बच्चा हो रहा होगा कि काम नहीं किया सही नहीं चलो जी ये ताड़ा फेर कन्वेक्स लाइन है ये जो प्रिंसिपल एक्सिस लाइन है ये जो ऑप्टिकल सेंटर बनाता है ये ताड़ा ऑप्टिकल सेंटर आ गया इथे फोकस 1 आ गया इधर फोकस 2 आ गया ठीक है जी ना भाई देखो जी इथे कोई ऑब्जेक्ट है इस जगह पे इथे ऑब्जेक्ट है साडा ठीक है जी तो लाइन जेडी है साडे कन्वेक्स लाइन के प्रिंसिपल जेड़ा साडा ओदा ऑप्टिकल सेंटर है उधर टच करके देती पई है देखो जी इतना टच करती पई है और ये साडी इंसिडेंट लाइन है हुन की करूंगी जी लाइट की करूंगी कन्वर्ट करूंगी डॉट करूंगी तो कोई नहीं करूंगी ਇਹਦੇ ਕੁਝ ਨਹੀਂ ਹੋਊਗਾ ਆ ਲਿਖੀ ਹੈ ਚੀਜ਼ ਮੈਂ ਪਹਿਲੇ ਦੇਖੋ ਇਧਰ ਅਨਡੇਵੀਏਟਡ ਇੱਥੇ ਲਿਖਿਆ ਹੈ ਪਹਿਲਾਂ ਵੇਖੋ ਪਰ ਚੈੱਕ ਕਰੋ ਆਪਟੀਕਲ ਸੈਂਟਰ ਦੇ ਵਿੱਚ ਬਤਾਓ ਡੇਵੀਏਸ਼ਨ ਕੋਈ ਚੇਂਜ ਨਹੀਂ ਦਬਾ ਰੇਡ ਦੇ ਵਿੱਚ ਅਗਰ ਆਪਟੀਕਲ ਸੈਂਟਰ ਨੂੰ ਟੱਚ ਕਰਕੇ ਕੋਈ ਵੀ ਲਾਈਟ ਤੇ ਜਾਂਦੀ ਹੈ ਉਹ ਸੇਮ ਐਂਗਲ ਤੇ ਰਿਫਲੈਕਟ ਹੋ ਜਾਂਦੀ ਹੈ ਠੀਕ ਹੈ ਜੀ ਲਿਖ ਲਓ ਜੀ ਪਲੀਜ਼ ਇਹਦੇ ਵਿੱਚ ਅਨਚੇਂਜ लिख लो चेंज या अनडेविएशन ठीक है कोई भी लिख सकते हैं किताब लिख पाओ अनडेविएशन की में कोई चेंज नहीं होता अगर कोई भी लेंस ਦੇ ਵਿੱਚ ਉਹਦੇ ਆਪਟੀਕਲ ਸੈਂਟਰ ਨਾਲ ਕੋਈ ਵੀ ਲਾਈਟ ਰੇ ਟੱਚ ਕਰਕੇ ਜਾਂਦੀ ਹੈ ਚਾਹੇ ਉਹ ਕਨਕੇਵ ਲੈਂਸ ਹੈ ਚਾਹੇ ਕਨਵੈਕਸ ਲੈਂਸ ਹੈ ਉਹਦੇ ਵਿੱਚ ਕੋਈ ਡੈਵੀਏਸ਼ਨ ਨਹੀਂ ਹੁੰਦੀ ਕੋਈ ਚੇਂਜ ਨਹੀਂ ਹੁੰਦਾ ਜਿਹੜੇ ਐਂਗਲ ਤੇ ਇੰਸੀਡੈਂਟ ਲਾਈਨ ਜਿਹੜੀ ਆ
वो इनकमिंग होती पई है उसे आउटकमिंग होगी जेडे एंगल से लाइट आती पई है उत्ते ही वापस जाती है ਇਹਦਾ भी कभी दूजा भी बना लेंगे नाल दा है चलो जी ਇਹਦਾ सेम ही बन जाना जी बस लेंथ ਦਾ ਹੀ ਫਰਕ ਹੋਣਾ ਬੜਾ ਇਹਦੇ ਵਿੱਚ ਇਹ ਤਾਂ ਡਾਇਰੈਕਟ ਗੇਮ ਲੈਂਸ ਹੈ ਇਹ ਦਾ ऑप्टिकल सेंटर है ਜਿਹਦੇ ਵਿੱਚ प्रिंसिपल एक्सिस लाइन ਜਿਹੜੀ ਆ ਉਹ ਡਰਾ ਹੋਊਗੀ ऑप्टिकल सेंटर आ गया फोकस 1 आ गया और फोकस 2 आ गया उस तो बाद की होगा जी सेम है लाइन इतने ड्रा की इतने साडा ऑब्जेक्ट है ऑब्जेक्ट ਨੂੰ ਲਾਈਟ ਜਿਹੜੀ ਹੈ ਕਨਕੇਵ ਲੈਂਸ ਦੇ ਵਿੱਚ ਇਨਸੀਡੈਂਟ ਹੁੰਦੀ ਪਈ ਆ ਔਰ ऑप्टिकल सेंटर ਜਿਹੜਾ ਉਹਦਾ ਟੱਚ ਕਰਕੇ ਜਾਂਦੀ ਪਈ ਹੈ और जो ऑप्टिकल सेंटर ਦਾ ਕੋਈ ਵੀ ਲਾਈਟ ਟੱਚ ਕਰਦੀ ਹੈ ਉਹ ਜੋ ਡੈਵੀਏਸ਼ਨ ਹੁੰਦੀ ਕਿ ਨਹੀਂ ਹੁੰਦੀ ਉਹ ਚੇਂਜ ਹੁੰਦਾ ਲਾਈਟ ਦੇ ਵਿੱਚ ਜਦੋਂ ਉਹ ਲਾਈਟ ऑप्टिकल सेंटर ਨਾਲ ਟੱਚ ਕਰਕੇ ਜਾਂਦੀ ਹੈ ਚੇਂਜ ਹੁੰਦਾ ਤਾਂ मैंने दसिया जी आ सामने डायग्राम तो बनी हुई है नहीं चेंज होगा चलो जी प्लीज नोट कर लो कॉपी से एक बार घर जाके फिर पढ़ लो कि कोई भी जी लाइट है ऑप्टिकल सेंटर में अगर टच करके जाती है वो कोई डेविएशन नहीं होती कोई चेंज नहीं होता जेडे एंगल से लाइट इनकमिंग होती पई है इंसीडेंट होती पई है वो एंगल से लाइट रिफ्रैक्ट होती है ठीक है जी चलो नेक्स्ट देखो जी थर्ड और पॉइंट है बच्चे बुक्स नहीं लिखा रहे पढ़ते देखो चलो जी जितना जितने भी जाएगा उतना पंगा करना मैं तो अपनी ड्यूटी कर चुका मैंने कोई चक्कर नहीं है ठीक है पर तुम्हें तारी क्लास से ली जाओ ना नहीं कोई रिस्पॉन्स नहीं है उदा ही पूरे आ गए जी करो इन्ना चर रह गए 6-7 महीने पर आप अपने अपने पूरे कर रहे ठीक है चलो जी नेक्स्ट देखो चलो जी लास्ट वन पॉइंट आप रीड कर लीजिए ये लास्ट वन पॉइंट है an incident ray passing through the principal focus of the lens or directed toward it becomes parallel to the principal axis after refraction through lens देखो जी तो लाइट ਜਿਹੜੀ ਆ ਫੋਕਸ ਨਾਲ ਟੱਚ ਕਰਕੇ ਜਾਊਗੀ ਜਿਹੜੀ ਫੋਕਸ ਬਣਾਉਣੇ ਨਾ 1 2 ਔਰ ਜਦੋਂ ਉਹਦੇ ਵਿੱਚ ਬਾਹਰ ਨਿਕਲੂਗੀ ਲਾਈਟ ਰਿਫਲੈਕਟ ਹੋਊਗੀ ਜਿਹੜਾ ਪ੍ਰਿੰਸੀਪਲ ਐਕਸਿਸ ਲਾਈਨ ਆ ਉਹਦੇ ਪੈਰਲਲ ਜਾਊਗੀ ਸੋ ਵੇਖੋ ਜੀ ਕਿੱਦਾਂ ਹੁੰਦੀ ਹੈ ਇਹਨੂੰ ਆਪਾਂ ਕਰਕੇ ਵੇਖਦੇ ਹਾਂ ਸੋ ਇਹ ਸਾਡਾ ਕਨਵੈਕਸ਼ਨ ਲੈਂਸ ਆ ਗਿਆ ਇਹਦੇ ਵਿੱਚ ਪ੍ਰਿੰਸੀਪਲ ਐਕਸਿਸ ਲਾਈਨ ਆ ਗਈ ਇਹ ਜਿਹੜਾ ਲੈਂਸ ਆ ਆਪਟੀਕਲ ਸੈਂਟਰ 2 ਆ ਗਿਆ ਇੱਥੇ ਸਾਡਾ इस जगह पे बना लो फोकस 1 इस जगह पे बना लो फोकस 2 ठीक है जी इसे साडा कोई ऑब्जेक्ट है जी चलो इसे बना लो ये सब्जेक्ट है साडा तो देखो जी ਇਹਦੇ ਵਿੱਚ ਕੀ ਹੈ ਜੀ ਅਕੋਰਡਿੰਗ ਟੂ ਦਿਸ ਕੰਡੀਸ਼ਨ ਇਹਦੇ ਵਿੱਚ ਕੋਈ ਜਿਹੜੀ ਲਾਈਨ ਰੇ ਆ ਆਬਜੈਕਟ ਤੋਂ ਇਨਸੀਡੈਂਟ ਹੁੰਦੀ ਪਈ ਆ ਜਿਹਨੂੰ ਟੱਚ ਕਰਕੇ ਜਾਂਦੀ ਪਈ ਹੈ ਕਿ ਫੋਕਸ 1 ਨੂੰ ਟੱਚ ਕਰਕੇ ਜਾਂਦੀ ਪਈ ਹੈ ਸੋ ਇਹ ਤੋਂ ਲਾਈਨ ਰੇ ਜਿਹੜੀ ਹੈ ਇਨਸੀਡੈਂਟ ਹੁੰਦੀ ਪਈ ਆ ਔਰ ਫੋਕਸ 1 ਨੂੰ ਟੱਚ ਕਰਕੇ ਸਾਡੇ ਲੈਂਸ ਦੇ ਵਿੱਚ ਇਨਸੀਡੈਂਟ ਹੁੰਦੀ ਪਈ ਹੈ ਐਰੋ ਦੀ ਡਾਇਰੈਕਸ਼ਨ ਸ਼ੋ ਕਰਦਾ ਹੈ ਲਾਈਨ ਰੇ ਦੀ डायरेक्शन शो करता है इंसिडेंट रे की डायरेक्शन शो करता है छोड़ क्या होगा जी आगे पूरी लाइन पढ़ो और डायरेक्टेड towards it becomes parallel to the principal axis after a reflection through lens देखो जी जो लाइट रे दी लेंस दे विचों पास करूगी ਉਹਦੀ रिफ्रैक्शन हो जाएगी रिफ्रैक्शन पता कितनी है बड़ा जोर लाया तुमने ਕਿਹੜਾ ਬੱਚਾ ਇਹ प्रेजेंट जितना रिफ्रैक्शन ऑफ लाइट पढ़ी अपन नहीं तू नहीं है मेरे नाल कौन ही एक दो जने कह गए यार जितना सिक्के वाली गल होती पई आप नहीं जैसे जब सिक्का सिक्के दे बजे ਉਹ ਰਿਫਰੈਕਸ਼ਨ ਹੁੰਦੀ ਹੈ ਲੈਂਸ ਦੇ ਵਿੱਚੋਂ ਰਿਫਰੈਕਸ਼ਨ ਹੁੰਦੀ ਹੈ ਜਿਹੜਾ ਲੈਂਸ ਹੈ ਗਲਾਸ ਦਾ ਬਣਿਆ ਹੁੰਦਾ ਚਲੋ ਕੋਈ ਨਹੀਂ ਉਹ ਜਿਹੜੇ ਲੈਕਚਰ ਉਹ ਸਟੱਡੀ ਕਰਦੇ ਨੇ ਜੇ ਸਿੱਖਣਾ ਚਾਹੁੰਦੇ ਅਦਰਵਾਈਜ਼ ਨਹੀਂ ਲੋੜ ਨਹੀਂ ਪਰ ਨਾ ਵੀ ਕਰੋ ਕੋਈ ਗੱਲ ਨਹੀਂ ਪਤਾ ਨਹੀਂ ਸੀਬੀਐਸਈ ਕਲਾਸ ਕਰਨਾ ਪੈਣਾ ਸੋ ਵੇਖੋ ਜੀ ਇਹਦੇ ਵਿੱਚ ਜਿਹੜਾ ਇਹ ਵਾਲਾ ਸਾਡਾ ਆਬਜੈਕਟ ਹੈ ਇੱਥੋਂ ਕੋਈ ਲਾਈਟ ਇਨਸੀਡੈਂਟ ਹੁੰਦੀ ਪਈ ਆ ਉਹ ਕਿਹਨੂੰ ਟੱਚ ਕਰਕੇ ਜਾਂਦੀ ਪਈ ਆ ਫੋਕਸ 1 ਨੂੰ ਟੱਚ ਕਰਕੇ ਜਾਂਦੀ ਪਈ ਆ ਔਰ ਕਿਹਦੇ ਤੱਕ ਜਾਂਦੀ ਪਈ ਹੈ ਜੀ ਸਾਡੇ ਕਨਵੈਕਸ ਲਾਈਨ ਤੱਕ ਜਾਂਦੀ ਪਈ ਆ ਔਰ ਜਦੋਂ ਕਨਵੈਕਸ ਲਾਈਨ ਦੇ ਵਿੱਚੋਂ ਲਾਈਟ ਪਾਸ ਕਰੂਗੀ ਉਹਦੀ ਰਿਫਰੈਕਸ਼ਨ ਹੋ ਜੂਗੀ ਔਰ ਆਫਟਰ ਰਿਫਰੈਕਸ਼ਨ ਕੀ ਹੈ ਜਿਹੜੀ ਲਾਈਟ ਹੈ ਸਾਡੀ ਪ੍ਰਿੰਸੀਪਲ ਐਕਸਿਸ ਲਾਈਨ ਦੇ ਪੈਰਲਲ ਟਰੈਵਲ ਕਰਦੀ ਹੈ ਠੀਕ ਹੈ ਜੀ ਇਦਾਂ ਸੋ ਇਹ ਤੁਹਾਡੀ ਇਨਸੀਡੈਂਟ ਲਾਈਨ ਹੈ ਜਿਹੜੀ ਫੋਕਸ ਨੂੰ ਟੱਚ ਕਰਕੇ ਹੁੰਦੀ ਪਈ ਹੈ ਔਰ ਜਦੋਂ ਇੱਥੋਂ ਲਾਈਟ ਬਾਹਰ ਨਿਕਲੂਗੀ ਉਹਦੀ ਰਿਫਰੈਕਸ਼ਨ ਹੋ ਜਾਣੀ ਹੈ ਕਹਿ ਸਕਦੇ ਹਾਂ
लाइन जी बेंड हो जानी है और ये कहते पैरेलल ट्रैवल करती पई है जो प्रिंसिपल एक्सिस लाइन के बिल्कुल पैरेलल ट्रैवल करती पई है आफ्टर द रिफ्रैक्शन ये तो बाद भी रिफ्रैक्शन हो जाती है और ये कारण की हो जाता जी रिफ्रैक्शन पता कितनी है नहीं पता ये तो कन्फर्म है नहीं पता कोई वीडियो पता नहीं मैंने आज अपनी ड्यूटी की है फिर भी मेरा तो पक्का स्टीक काम है कि मैं यूट्यूब पर वीडियो पाई है पूरी ड्यूटी की है तुम नहीं पढ़े वो गल रखनी है तो है नहीं पूरे जी कन्फर्म है नहीं ऑप्टिक्स एडी सौखी नहीं है जितनी पढ़ी कहते थे ਇਹਦੇ ਵਿੱਚ ਵੀ ਇਹ ਚੀਜ਼ਾਂ ਦਾ ਤੁਹਾਨੂੰ ਪਤਾ ਤਾਂ ਹੀ ਲੱਗੂਗਾ ਹੁਣ ਮੈਂ ਰਿਫਰੈਕਸ਼ਨ ਨਾਲ ਰਿਫਰੈਕਸ਼ਨ ਹੀ ਨਹੀਂ ਪਤਾ ਕੀ ਹੁੰਦੀ ਹੈ ਨਹੀਂ ਨਾ ਪਤਾ ਆਪੋ ਜੈਸ ਨੂੰ ਨਹੀਂ ਪਤਾ ਇਹਦਾ ਮਤਲਬ ਘਰ ਦਾ ਹੀ ਕੋਈ ਮਿਹਨਤ ਨਹੀਂ ਕਰਦਾ ਚਲੋ ਮੈਂ ਪ੍ਰਿੰਸੀਪਲ ਨੂੰ ਦੱਸ ਦੂੰਗਾ ਕੋਈ ਗੱਲ ਨਹੀਂ ਤੁਸੀਂ ਕੰਟੀਨਿਊ ਕਰੋ ਕੋਈ ਗੱਲ ਨਹੀਂ ਕਿਉਂਕਿ ਵੀਡੀਓ ਦੇ ਪੇ ਨਹੀਂ ਪੈਣੀ ਹੈ ਨੈਟ ਦੇ ਉੱਤੇ ਕਿਹੜੀ ਨਹੀਂ ਪੈਣੀ ਚਲੋ ਵੇਖੋ ਜੀ ਇੱਕ ਵਾਰ ਫੇਰ ਰਿਪੀਟ ਕਰਦਾ ਹਾਂ ਸਾਡਾ ਕਨਵੈਕਸ ਲਾਈਨ ਦਾ ਆਪਟੀਕਲ ਸੈਂਟਰ ਹੈ ਦੀ ਪ੍ਰਿੰਸੀਪਲ ਐਕਸਿਸ ਲਾਈਨ ਹੈ ਉਹਦੇ ਉੱਤੇ ਦੋ ਫੋਕਸ ਹੈ ਜੀ F1 ਔਰ F2 ਇੱਥੇ ਸਾਡਾ ਕੋਈ ਪ੍ਰੋਜੈਕਟ ਹੈ ऑब्जेक्ट ਦੇ ਵਿੱਚ ਲਾਈਨ ਜਿਹੜੀ ਆ ਉਹਦੇ ਵਿੱਚੋਂ ਬਾਹਰ ਨਿਕਲਦੀ ਪਈ ਆ ਇਨਸੀਡੈਂਟ ਹੁੰਦੀ ਪਈ ਆ ਔਰ ਫੋਕਸ 1 ਨੂੰ ਟੱਚ ਕਰਕੇ ਸਾਡੇ ਕਨਵੈਕਸ ਲਾਈਨ ਦੇ ਵਿੱਚ ਇਨਸੀਡੈਂਟ ਹੈ ਔਰ ਜਦੋਂ ਉਹਦੇ ਵਿੱਚੋਂ ਉਹ ਲਾਈਟ ਰਿਫਲੈਕਟ ਹੁੰਦੀ ਪਈ ਆ ਉਹਦੇ ਵਿੱਚੋਂ ਬਾਹਰ ਨਿਕਲਦੀ ਪਈ ਆ ਕੀ ਕਰਦੀ ਪਈ ਹੈ ਜਿਹੜੀ ਉਹ ਰਿਫਰੈਕਟਡ ਲਾਈਨ ਹੈ ਜਿਹੜੀ ਰਿਫਲੈਕਟਡ ਰੇ ਆ ਸਾਡੇ ਪ੍ਰਿੰਸੀਪਲ ਐਕਸਿਸ ਲਾਈਨ ਦੇ ਬਿਲਕੁਲ ਪੈਰਲਲ ਟਰੈਵਲ ਕਰਦੀ ਪਈ ਹੈ ਸੋ ਇਹ ਸਾਡੀ ਇਨਸੀਡੈਂਟ ਰੇ ਆ ਇਹ ਸਾਡੀ ਰਿਫਲੈਕਟਡ ਰੇ ਆ ਅਕੋਰਡਿੰਗ ਟੂ ਦਿਸ ਕੰਡੀਸ਼ਨ ਹੁਣ ਉਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਜੀ ਕਨਕੇਵ ਹੈ ਇਹ ਸਾਡਾ ਕਨਕੇਵ ਲਾਈਨ ਆ ਗਿਆ ਇਹਦੇ ਵਿੱਚ ਵੀ ਸੇਮ ਹੀ ਹੈ ਜੀ ਇਹਦਾ ਆਪਟੀਕਲ ਸੈਂਟਰ ਹੈ ਇਹਦੇ ਵਿੱਚ ਕੋਈ ਪ੍ਰਿੰਸੀਪਲ ਐਕਸਿਸ ਲਾਈਨ ਟਰੈਵਲ ਕਰਦੀ ਪਈ ਹੈ ਉਸ ਤੋਂ ਬਾਅਦ ਇੱਥੇ ਫੋਕਸ 1 ਬਣਾ ਲਓ ਇੱਥੇ ਫੋਕਸ 2 ਬਣਾ ਲਓ ਠੀਕ ਹੈ ਜੀ ਚਲੋ ਜੀ ਇਹਦੇ ਅਕੋਰਡਿੰਗ ਹੁਣ ਕੀ ਹੋਊਗਾ ਜੀ ਆ ਕੰਡੀਸ਼ਨ ਦੱਸੋ ਜੀ ਬੜੀ ਦੇਖੋ ਜੀ ਇੱਥੇ ਕੋ ਸਾਡਾ ਆਬਜੈਕਟ ਪਿਆ ਵਾ ਇਸ ਜਗ੍ਹਾ ਦੇ ਉੱਤੇ ਇੱਥੇ ਆਬਜੈਕਟ ਪਿਆ ਵਾ ਇੱਥੋਂ ਦੇਖੋ ਜੀ ਕੋਈ ਲਾਈਨ ਜਿਹੜੀ ਹੈ ਟਰੈਵਲ ਕਰਦੀ ਪਈ ਹੈ ਹੁਣ ਫੋਕਸ 1 ਨੂੰ ਟੱਚ ਨਹੀਂ ਕਰੂਗੀ ਹੁਣ ਫੋਕਸ 2 ਨੂੰ ਟੱਚ ਕਰੂਗੀ ਉਹ ਲਾਈਨ ਦੇਖੋ ਜੀ ਇਹਨੂੰ ਲਊਗੀ ਇਹਦੀ ਬਿਲਕੁਲ ਡਾਇਰੈਕਸ਼ਨ ਦੇ ਵਿੱਚ ਇਹਦੀ ਡਾਇਰੈਕਸ਼ਨ ਦੇ ਵਿੱਚ ਠੀਕ ਹੈ ਜੀ ਸੋ ਉਸ ਤੋਂ ਬਾਅਦ ਦੇਖੋ ਜੀ ਜਦੋਂ ਇੱਥੇ ਲਾਈਨ ਜਿਹੜੀ ਇਨਸੀਡੈਂਟ ਹੁੰਦੀ ਪਈ ਹੈ ਦੇਖੋ ਜੀ ਅਗਰ ਇਹ ਡਾਟਡ ਲਾਈਨ ਡਰਾ ਕਰੋਗੇ ਨਾ ਮੈਂ ਤੁਹਾਨੂੰ ਦੁਬਾਰਾ ਕਰਕੇ ਦਿਖਾ ਦਿੰਦਾ ਇੱਥੋਂ ਕੋਈ ਲਾਈਨ ਇਨਸੀਡੈਂਟ ਹੁੰਦੀ ਪਈ ਹੈ ਹੁਣ ਉਹ ਫੋਕਸ 2 ਨੂੰ ਟੱਚ ਕਰਦੀ ਪਈ ਹੈ ਨਾ ਕਿ ਫੋਕਸ 1 ਨੂੰ और ये फोकस 2 ਨੂੰ ਟੱਚ ਨੂੰ ਲਾਈਨ ਨੂੰ ਟੱਚ ਨਹੀਂ ਕਰਨਾ ਕਿਉਂਕਿ ਇਹਦੇ ਵਿੱਚ ਇੱਕ ਕੰਡੀਸ਼ਨ ਹੈ ਜਦੋਂ ਲਾਈਨ ਇੱਥੇ ਆਉਂਦੀ ਉਹਦੀ ਰਿਫਰੈਕਸ਼ਨ ਹੋ ਜਾਣੀ ਔਰ ਜਿਹੜੀ ਸਾਡੀ ਪ੍ਰਿੰਸੀਪਲ ਐਕਸਿਸ ਲਾਈਨ ਹੈ ਉਹਦੇ ਪੈਰਲਲ ਬਿਲਕੁਲ ਲਾਈਨ ਦੇ ਜਿੱਦਾਂ ਕਰਕੇ ਟਰੈਵਲ ਕਰਦੀ ਠੀਕ ਹੈ ਜੀ ਅਗਰ ਇਹ ਤੋਂ ਡਾਟਰ ਲਾਈਨ ਡਰਾ ਕਰੋਗੇ ਨਾ ਜਿਹੜੀ ਇਨਸੀਡੈਂਟ ਲਾਈਨ ਹੈ ਇਹਦੇ ਨਾਲ ਟੱਚ ਕਰੋਗੇ ਠੀਕ ਹੈ ਜੀ ਇੱਕ ਵਾਰ ਮੈਂ ਫੇਰ ਰਿਪੀਟ ਕਰਦਾ ਜੀ ਇਹਦੇ ਵਿੱਚ ਸਾਡਾ ਜਿਹੜੀ ਲਾਈਨ ਇਨਸੀਡੈਂਟ ਹੁੰਦੀ ਪਈ ਫੋਕਸ 1 ਨੂੰ ਟੱਚ ਕਰਕੇ ਜਾਂਦੀ ਪਈ ਬਟ ਜਿਹੜੀ ਸੈਕੰਡ ਕੇਸ ਹੈ ਜਿਹੜਾ ਕਨਕੇਵ ਲੈਂਥ ਵਾਲਾ ਕੇਸ ਹੈ ਉਹਦੇ ਵਿੱਚ ਜਿਹੜੀ ਲਾਈਨ ਰੇ ਆ ਉਹ ਫੋਕਸ 2 ਨੂੰ ਟੱਚ ਕਰਦੀ ਪਈ ਅਗਰ ਇਹ ਪੂਰੀ ਲਾਈਨ ਨੂੰ ਸੈਂਡ ਕਰੋਗੇ ਨਾ ਦੇਖੋ ਫੋਕਸ 2 ਨਾਲ ਟੱਚ ਕਰਦੀ ਪਈ ਕਾਪੀ ਤੇ ਬਣਾ ਕੇ ਦੇਖੋ ਇਹ ਪੂਰੀ ਟੱਚ ਕਰੂਗੀ ਜਦ ਤੋਂ ਥੋੜਾ ਜੋਗ ਹੈ ਤਾਂ ਨਹੀਂ ਪੜੀ ਬਟ ਕੀ ਹੈ ਜੀ ਇਸ ਜਗ੍ਹਾ ਤੇ ਆ ਕੇ ਜਿਹੜੀ ਲਾਈਨ ਹੈ ਉਹਦੀ ਰਿਫਰੈਕਸ਼ਨ ਹੋ ਜਾਂਦੀ ਹੈ ਰਿਫਰੈਕਸ਼ਨ ਵੀ ਲਾਈਨ ਜਿਹੜੀ ਬੈਂਡ ਹੋ ਜਾਂਦੀ ਹੈ ਉਹਦਾ ਐਂਗਲ ਚੇਂਜ ਹੋ ਜਾਂਦਾ ਲਾਈਨ ਦਾ ਸੋ ਜਿਹੜੀ ਲਾਈਨ ਹੈ ਸਾਡੀ ਪ੍ਰਿੰਸੀਪਲ ਐਕਸਿਸ ਲਾਈਨ ਦੇ ਬਿਲਕੁਲ ਪੈਰਲਲ ਟਰੈਵਲ ਕਰਨਾ ਸ਼ੁਰੂ ਕਰ ਦਿੰਦੀ ਹੈ ਸੋ ਇਹੋ ਸਾਡੀ ਕੰਡੀਸ਼ਨ ਇਹਦੇ ਵਿੱਚ ਵੀ ਦੇਖੋ ਪੈਰਲਲ ਦੇ ਅੰਦਰ ਹੈ ਇਹ ਵੀ ਪੈਰਲਲ ਹੋ ਗਈ ਬਟ ਇਹਦੇ ਵਿੱਚ ਲਾਈਟ ਰੇ ਜਿਹੜੀ ਆ F1 ਨਾਲ ਟੱਚ ਕਰਦੀ ਜਾਂਦੀ ਹੈ ਇਹਦੇ ਜਿਹੜੀ ਲਾਈਟ ਰੇ ਆ F2 ਨਾਲ ਟੱਚ ਕਰ ਦਿੰਦੀ ਹੈ ਅਸੀਂ ਟੱਚ ਕਰਾਈ ਨਹੀਂ ਪਰ ਉਹ ਡਾਟਰ ਲਾਈਨ ਡਰਾ ਕਰਕੇ F2 ਨਾਲ ਟੱਚ ਹੋ ਬਿਲਕੁਲ ਉਹੀ ਐਂਗਲ ਤੇ ਜਾਂਦੀ ਹੈ ਲਾਈਟ ਸੋ ਇਹ ਵਾਲੀਆਂ ਤਿੰਨ ਕੰਡੀਸ਼ਨਾਂ ਇਹਦੇ ਵਿੱਚ ਕਵਰ ਹੋ ਗਈਆਂ ਉਸ ਤੋਂ ਬਾਅਦ ਇਹ ਐਪਲੀਕੇਸ਼ਨ ਹੈ ਕਿ ਐਪਲੀਕੇਸ਼ਨ ਮੈਂ ਇੱਥੇ ਕਰਾ ਦਿੰਦੀ ਹੈ ਕਿ ਜਿਹੜਾ ਰੱਬ ਕਰੋ ਪਹਿਲਾਂ ਇਹ ਸਾਰੇ ਨੂੰ ਰੱਬ ਕਰ ਦਿਓ ਜੀ ਜਲਦੀ ਵੀ ਇਹਨੂੰ ਰੇਜ਼ ਕਰਿਓ ਭਈਆ ਵੀਡੀਓ ਹੋ ਕਿੰਨੀ ਦੇਰ ਬਣ ਗਈ ਹੈ ਕਿੰਨੀ ਦੇਰ 30 ਮਿੰਟ ਹੋ ਗਈ